हाँ जी, अस्सलाम वालेकुम। ਤੁਸੀਂ ਦੇਖ ਰਹੇ ਹੋ ਵਿਜ਼ਿਟ ਪੰਜਾਬੀ। ਲੋ ਜੀ, ਹੁਣ ਮੈਂ ਵੀਡੀਓ ਲੈ ਕੇ ਜਿਹਦੇ ਮੈਂ ਤੁਹਾਨੂੰ ਸ਼ੇਅਰ ਕਰਾਂਗਾ ਅਗਲਾ ਪਾਰਟ ਜਿਹੜਾ ਹੈਗਾ ਹੈ ਇਹ ਜੀ ਪਤਨ ਤੇ ਜੀ ਜੇ ਤੁਸੀਂ ਕਰਨਾ ਚਾਹੁੰਦੇ ਹੋ ਤੇ ਇਹਦੇ ਵਿੱਚ ਜੇ ਬੰਦੇ ਕਹਿੰਦੇ ਨੇ ਸਿਰਫ ਥਿਊਰੀ ਹੈ ਨਹੀਂ, ਸਿਰਫ ਪ੍ਰੈਕਟੀਕਲ ਹੈ ਤੇ ਇਹ ਹਲਕੀ ਜੀ ਪੁੱਲ ਹੈ ਕਿਉਂਕਿ ਹੁਣ ਆਸਤਾ ਆਸਤਾ ਕਰਕੇ ਕੁਐਸਚਨ ਜਿਹੜੇ ਨੇ ਉਹ ਬੋਕਾ ਬਹੁਤ ਜਿਹੜੇ ਕੁਐਸਚਨ ਕਰਦੇ ਨੇ ਬੋਲ ਕੇ ਮੂੰਹ ਦਰੋਂ ਹੀ ਇਹ ਜ਼ਿਆਦਾ ਕਰ ਲਾ ਪਏ ਨੇ। ਇਸ ਕਰਕੇ ਇਹਦੇ ਲਈ ਵੀ ਵੀਡੀਓ ਜ਼ਰੂਰੀ ਹੈ, ਲਾਜ਼ਮੀ ਹੈ। ਇਨਫੈਕਟ ਬੀ ਲਈ ਵੀ ਜ਼ਰੂਰੀ ਹੈ, ਸੀ ਲਈ ਵੀ ਜ਼ਰੂਰੀ ਹੈ ਕਿਉਂਕਿ ਤੁਸੀਂ ਪ੍ਰਿਪੇਅਰ ਹੋਵੋ ਜਦੋਂ ਤੁਹਾਨੂੰ ਪੁੱਛਦੇ ਨੇ ਤਾਂ ਤੁਸੀਂ ਜਵਾਬ ਦੇ ਸਕੋ। ਕਿਉਂਕਿ ਜੇ ਤੁਸੀਂ ਗੱਡੀ ਉੱਤੇ ਚੜ੍ਹ ਕੇ ਫੇਲ ਹੋ ਜਾਓ ਨਾ ਫਿਰ ਦੁੱਖ ਨਹੀਂ ਦਿੰਦਾ, ਯਾਰ ਮੇਰੇ ਕੋਲ ਚੱਲੀ ਨਹੀਂ ਹੈ ਸਹੀ, ਮੇਰੇ ਕੋਲ ਗਲਤੀ ਹੋਈ ਹੈ, ਮੈਂ ਅਗਲੀ ਵਾਰੀ ਗਲਤੀ ਨਾ ਕਰਾਂਗਾ। ਪ੍ਰੋਬਲਮ ਇਹ ਹੈ ਅੱਜ ਕੱਲ੍ਹ ਜਿਹੜੇ ਸਾਡੇ ਬੰਦੇ ਨੇ, ਜਿਹੜੇ ਸਾਡੇ ਯਾਰ ਦੋਸਤ ਭਾਈ ਨੇ, ਇਹਨਾਂ ਨੂੰ ਚੜ੍ਹਨ ਹੀ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਥੋੜ੍ਹੀ ਜਿਹੀ ਲੈਂਗੁਏਜ ਥੋੜ੍ਹੀ ਪ੍ਰੋਬਲਮ ਹੁੰਦੀ ਹੈ ਅਤੇ ਸਵਾਲ ਇਸ ਤਰ੍ਹਾਂ ਦੇ ਪੁੱਛੇ ਜਾਂਦੇ ਨੇ ਕਿ ਉਹਨਾਂ ਨੂੰ ਗੱਡੀ ਦੇ ਉੱਤੇ ਬਹਿਣ ਨਹੀਂ ਦਿੱਤਾ ਜਾ ਰਿਹਾ। ਪਹਿਲੀ ਲੈ ਦਿੱਤੀ, ਨਹੀਂ ਯਾਰ ਤੁਸੀਂ ਨਹੀਂ ਕਰ ਸਕਦੇ, ਅਗਲੀ ਵਾਰ ਤਿਆਰੀ ਕਰਕੇ ਆਓ। ਇਸ ਕਰਕੇ ਮੈਂ ਚਾਹੁੰਦਾ ਕਿ ਤੁਹਾਡੀ ਤਿਆਰੀ ਹੋਵੇ। ਜਿਹੜੇ ਕੁਐਸਚਨ ਪੁੱਛ ਸਕਦੇ ਨੇ ਮੈਂ ਤੁਹਾਨੂੰ ਦੱਸਾਂਗਾ ਅਤੇ ਸ਼ੁਰੂ ਕਰਦੇ ਹਾਂ। ਰਿਪੋਰਟੋ di treno ਤੋਂ ਅੱਜ ਰਿਪੋਰਟੋ di treno ਰਿਪੋਰਟੋ di treno ਜਿਵੇਂ ਕਿ ਅਸੀਂ ਬੀ ਤੋਂ ਪੜ੍ਹਦੇ ਆ ਚੁੱਕੇ ਹਾਂ, ਬੀ ਵਿੱਚ ਪੜ੍ਹਿਆ, ਸੀ ਵਿੱਚ ਪੜ੍ਹਿਆ। ਰਿਪੋਰਟੋ di treno ਵੀ ਕਿੰਨਾ ਅਸੀਂ ਟ੍ਰੇਨਾਰੇ ਕਰ ਸਕਦੇ ਹਾਂ, ਕਿੰਨਾ ਅਸੀਂ ਟ੍ਰੇਨਾਰੇ ਕਰ ਸਕਦੇ ਹਾਂ। ਬੇਸਿਕਲੀ ਇੱਕ ਗੱਡੀ ਕਿੰਨਾ ਟ੍ਰੇਨਾਰੇ ਕਰ ਸਕਦੀ ਹੈ, ਅਸੀਂ ਉਹਦੇ ਬਾਰੇ ਸਮਝਣ ਦੀ ਕੋਸ਼ਿਸ਼ ਕਰਾਂਗੇ। ਸਭ ਤੋਂ ਪਹਿਲੇ ਫਸਟ ਆਫ ਆਲ ਤੁਸੀਂ ਫੋਕਸ ਕਰਨਾ ਕਿ ਤੁਹਾਡੇ ਖਾਤੇ 'ਚ ਕੁਐਸਚਨ ਦੀ ਕਿੰਨੀ ਪਰਮਿਸ਼ਨ ਹੈ ਅਤੇ ਬਾਕੀ ਅਸੀਂ ਮਜ਼ੀਦ ਪੜ੍ਹਦੇ ਹਾਂ ਕੀ ਹੈਗੀ ਹੈ ਸਪੈਸੀਫਿਕ ਕੰਡੀਸ਼ਨ, ਕਿ ਕਿਹੜੀ ਬ੍ਰੇਕਾਂ ਦੇ ਹਿਸਾਬ ਨਾਲ ਕਿਹੜਾ ਹੋਣਾ ਚਾਹੀਦਾ ਹੈ ਸਿਸਟਮ, ਕਿੰਨੀ ਕੀ ਰਿਪੋਰਟੋ di treno ਹੋਣੀ ਚਾਹੀਦੀ ਹੈ, ਕਿੰਨਾ ਅਸੀਂ ਟ੍ਰੇਨਾਰੇ ਕਰ ਸਕਦੇ ਹਾਂ। Se circola sul massa effettiva dei vicoli, ਜੇ ਚੱਲਦੇ ਤੁਸੀਂ massa effettiva dei vicoli portandoli sul peso facendo, ਜੇ ਤੁਸੀਂ ਵਜ਼ਨ ਲੈ ਕੇ ਜਾਂਦੇ ਹੋ, peso rimorchio, peso rimorchio ਜਿਹੜਾ ਹੁੰਦਾ ਹੈ, peso motrice ਔਰ ਮੋਟਰ ਦਾ ਵਜ਼ਨ ਹੁੰਦਾ ਹੈ, ਇਹਨੂੰ ਕਹਿੰਦੇ ਨੇ ਬਰਾਬਰੇ ਰਿਪੋਰਟੋ di treno। ਰਿਪੋਰਟੋ di treno ਕੀ ਹੁੰਦਾ ਹੈ, peso rimorchio ਦਾ ਵਜ਼ਨ, peso motrice ਮੋਟਰ ਦਾ ਵਜ਼ਨ, ਇਹ ਦੋਵੇਂ ਮਿਲਾ ਕੇ ਬਣਦਾ ਬਰਾਬਰੇ ਰਿਪੋਰਟੋ di treno। ਹੁਣ ਰਿਪੋਰਟੋ di treno ਸਵਾਲ ਇਹ ਪਤਾ ਹੁੰਦਾ ਕਿਤਨਾ ਹੁੰਦਾ ਹੈ, ਇਹ ਡਿਪੈਂਡ ਕਰਦਾ ਹੈ ਰਿਮੋਰਕੀ ਦੀ ਬ੍ਰੇਕਾਂ ਦੇ ਉੱਤੇ ਵੀ ਬ੍ਰੇਕ ਹੈ ਕਿ ਨਹੀਂ ਹੈਗੀ ਹੈ, ਅਤੇ ਕਿਹੜੀ ਬ੍ਰੇਕ ਹੈ ਉਸ ਦੇ ਉੱਤੇ ਡਿਪੈਂਡ ਕਰਦਾ ਹੈ ਕਿ ਕਿੰਨਾ ਵਜ਼ਨ ਲੈ ਕੇ ਜਾ ਸਕਦੇ ਹੋ। ਫਾਰ ਐਗਜ਼ਾਮਪਲ ਸੈਂਸਾ ਲਬੋਰੋ, ਇਹ ਰਿਮੋਰਕਿਓ ਬਿਨਾਂ ਬ੍ਰੇਕਾਂ ਤੋਂ ਹੋਵੇ, ਉਹਦੀ ਵੈਲਿਊ ਹੈਗੀ 0.5 ਦੀ, ਯਾਨੀ ਕਿ ਅੱਧੇ ਦੀ ਵੈਲਿਊ, 1/2 ਦੀ ਅੱਧੇ ਦੀ ਵੈਲਿਊ ਹੈ। ਯਾਨੀ ਕਿ ਅੱਧੇ ਦੀ ਵੈਲਿਊ ਤੋਂ ਕੀ ਮੁਰਾਦ, ਜਿਵੇਂ ਕਿ ਮੈਂ ਤੁਹਾਨੂੰ 20 ਦੇ ਵੀ ਦੱਸ ਚੁੱਕਿਆ ਹਾਂ, ਜਿਤਨਾ ਗੱਡੀ ਦਾ ਵਜ਼ਨ ਹੋਵੇਗਾ ਉਹਦੀ ਅੱਧਾ ਵਜ਼ਨ ਰਿਮੋਰਕਿਓ ਤੋਂ ਲੈ ਕੇ ਜਾ ਸਕਦੇ ਹੋ ਕਿਉਂਕਿ ਰਿਮੋਰਕਿਓ ਵਿੱਚ ਬ੍ਰੇਕਾਂ ਨਹੀਂ ਹੈਵੀ। 0.5 ਦੀ ਵੈਲਿਊ ਰਿਮੋਰਕਿਓ ਸੈਂਸਾ ਫਰੇਨੀ, ਜਿਹੜਾ ਰਿਮੋਰਕਿਓ ਬਿਨਾਂ ਬ੍ਰੇਕਾਂ ਤੋਂ ਹੈ। ਫॉर एग्जाम्पल autocarro 10.000 ਕਿਲੋਗ੍ਰਾਮ ਹੀ ਹੈ, ਯਾਨੀ ਕਿ 10 ਟਨ ਹੈ, 10,000 ਕਿਲੋ ਹੈ ਇੱਕ ਟਰੱਕ, ਉਹਦੇ ਪਿੱਛੇ ਰਿਮੋਰਕੀ ਕਿੰਨਾ ਲਾ ਕੇ ਜਾਓਗੇ ਕਿਉਂਕਿ ਸੈਂਸਾ ਫਰੇਨੀ ਹੈ, ਇਸ ਕਰਕੇ ਉਹਦੇ ਪਿੱਛੇ ਰਿਮੋਰਕੀ ਲੱਗੇਗਾ ਅੱਧਾ ਉਹਦੀ ਵੈਲਿਊ, ਯਾਨੀ ਕਿ 5,000 ਕਿਲੋ। 10 ਦਾ ਅੱਧ 5,000 ਕਿਲੋ ਹੁੰਦਾ ਹੈ, ਇਸ ਕਰਕੇ ਕਿਉਂਕਿ ਸੈਂਸਾ ਫਰੇਨੀ ਹੋਣੇ ਕਰਕੇ ਅੱਧੀ ਵੈਲਿਊ ਲੱਗੇਗੀ। ਅਤੇ ਜੇ ਹੋਵੇਗੀ 0.8 ਦੀ ਵੈਲਿਊ ਲੱਗੇਗੀ con freni ed energia, ਜੇ ਫਰੇਨੀ ed energia ਹੋਵੇ, ਫਰੇਨੀ ed energia ਹਲਕੀਆਂ ਗੱਡੀਆਂ ਨੂੰ ਜ਼ਿਆਦਾਤਰ ਹੁੰਦੀ ਹੈ, ਭਾਰੀਆਂ ਗੱਡੀਆਂ ਨੂੰ ਨਹੀਂ ਹੁੰਦੀ ਹੈ, ਇਹਨੂੰ ਲੱਗੇਗੀ 0.8 ਦੀ ਵੈਲਿਊ। ਇਹਦੇ ਤੋਂ ਮੁਰਾਦ ਜੇ ਇੱਕ autocarro 10,000 ਕਿਲੋ ਹੈ ਤਾਂ ਉਹਨੂੰ ਰਿਮੋਰਕਿਓ ਲੱਗੇਗਾ 8,000 ਕਿਲੋ, 8,000 kg ਦਾ ਹੀ ਰਿਮੋਰਕਿਓ ਲੱਗੇਗਾ, ਠੀਕ ਹੈ। ਅਤੇ ਅੱਗੇ ਜੀ ਜੇ 1.45 ਦੀ ਵੈਲਿਊ ਲੱਗੇਗੀ, ਇਹ ਰਿਪੋਰਟੋ di treno ਕਿੰਨੀ ਹੋਵੇਗੀ 1.45 ਦੀ, ਯਾਨੀ ਕਿ ਇੱਕ ਤੋਂ ਵੱਧ ਦੀ, ਇੱਕ ਦੀ ਹੋਵੇ ਤਾਂ 10,000 ਰੁਪਏ, 10,000 ਕਿਲੋ ਆਉਂਦਾ ਰਿਮੋਰਕਿਓ, 1.45 ਤੋਂ ਤਕਰੀਬਨ ਡੇਢ ਥੋੜ੍ਹੇ ਜਿਹਾ ਘੱਟ। con freno continuo automatico, ਜਿਹੜੀ ਨਾਰਮਲੀ ਹੈਵੀ ਗੱਡੀਆਂ ਨੂੰ ਹੁੰਦੀ ਹੈ freno continuo automatico ਹੁੰਦੀ ਹੈ, ਠੀਕ ਹੈ। ਉਹਨੂੰ ਕਹਿੰਦੇ ਨੇ freno continuo automatico, ਜਿਹਨੂੰ ਕਿ 1.45 ਦੀ ਵੈਲਿਊ ਲੱਗੇਗੀ। ਇਹਦੇ ਤੋਂ ਮੁਰਾਦ ਇੱਕ ਆਟੋਕਾਰੀ ਜਿਹੜਾ ਟਰੱਕ ਹੈ 10,000 ਕਿਲੋ 10 ਟਨ ਦਾ, ਉਹਨੂੰ ਰਿਮੋਰਕਿਓ ਲੱਗੇਗਾ 14,500 ਕਿਲੋ, ਯਾਨੀ 4,500 ਕਿਲੋ ਵੱਧ ਵਜ਼ਨ ਰਿਮੋਰਕਿਓ ਲੈ ਕੇ ਜਾ ਸਕਦਾ ਹੈ ਜੇ ਇੱਕ ਟਰੱਕ 10,000 ਕਿਲੋ ਦਾ ਹੈ, ਅਤੇ ਇਹ ਹੋਵੇਗਾ ਫਰੇਨੀ ਕੰਟੀਨਿਊ ਆਟੋਮੈਟਿਕ, ਜਿਹਦੇ ਪਿੱਛੇ ਸਾਨੂੰ ਪਤਾ ਹੈ ਕਿ ਇੱਕ ਰੈੱਡ ਕਲਰ ਦੀ ਤਾਰ ਹੁੰਦੀ ਹੈ ਆਟੋਮੈਟਿਕੋ ਔਰ ਇੱਕ ਯੈਲੋ ਕਲਰ ਦੀ ਮੋਦੇਰਾਬਿਲੇ, ਠੀਕ ਹੈ, ਜਿਹਦੇ ਬਾਰੇ ਅਸੀਂ ਮਜ਼ੀਦ ਡਿਟੇਲ ਦੇ ਨਾਲ ਪੜ੍ਹਦੇ ਰਹਿੰਦੇ ਹੁੰਦੇ ਹਾਂ। ਫਿਰ ਕਰਾਂਗੇ ਗੱਲ ਅੱਗੇ ਅਸੀਂ ਇਹਦੇ ਤੋਂ ਇਲਾਵਾ ਤੁਸੀਂ ਫੋਕਸ ਕਰਨਾ ਹੈ ਜਦ ਤੁਸੀਂ ਰਿਪੋਰਟ ਤੋਂ ਉਹਨਾਂ ਦੀ ਗੱਲ ਕਰ ਲੱਗੇ ਹਾਂ ਅਸੀਂ, ਅਤੇ ਕਾਰਤਾ ਐਜੂਕੇਸ਼ਨ ਦੇ ਉੱਤੇ ਕਿੰਨੀ ਪਰਮਿਸ਼ਨ ਹੈ, ਕਾਰਤਾ ਐਜੂਕੇਸ਼ਨ ਹੈ ਕਿੰਨੀ ਪਰਮਿਸ਼ਨ ਦਿੰਦਾ ਹੈ ਵੀ। ਕਾਰਤਾ ਐਜੂਕੇਸ਼ਨ ਹੈ ਮੋਸਟ ਇੰਪੋਰਟੈਂਟ, ਕਿਉਂਕਿ ਗੱਡੀ ਦੀ ਐਬਿਲਿਟੀ ਵੀ ਦੇਖਣੀ ਹੈ ਨਾ, ਇਹ ਐਬਿਲਿਟੀ ਬਾਅਦ ਵੀ ਦੇਖਣੀ ਹੈ, ਪਹਿਲੇ ਗੱਡੀ ਦੀ ਐਬਿਲਿਟੀ ਦੇਖਣੀ ਹੈ ਵੀ ਗੱਡੀ ਦੇ ਉੱਤੇ ਰਿਮੋਰਕੀ ਦਾ ਕਿੰਨਾ ਵਜ਼ਨ ਲੈਣ ਜਾਣ ਦੀ ਐਬਿਲਿਟੀ ਲਿਖੀ ਹੋਈ ਹੈ ਅਤੇ ਰਿਮੋਰਕੀ ਦੀ ਕਿੰਨੀ ਹੈ।
ਤੇ domande disponibili ਜਿਹੜੇ ਅਵੇਲੇਬਲ domande ਨੇ ਇਹਦੇ ਲਈ se il motrice peso ਜੇ ਮੋਟਰ ਦਾ ਵਜ਼ਨ ਹੈ 10,000 ਕਿਲੋ remorchio pesa 15,000 ਕਿਲੋ remorchio ਤਾਂ 15,000 ਕਿਲੋ ਹੈ posso viaggiare ਅਸੀਂ ਸਫ਼ਰ ਕਰ ਸਕਦੇ ਹਾਂ ਨਹੀਂ ਕਿਉਂ ਨਹੀਂ ਕਰ ਸਕਦੇ ਕਿਉਂਕਿ 10,000 ਕਿਲੋ ਨਾਲ ਕਿਤੇ ਵੀ 15,000 10,000 ਕਿਲੋ ਨਾਲ senza freni 5,000 ਕਿਲੋ freni inerzi 8,000 ਕਿਲੋ ਤੇ freni continuo automatico ਇਹ 14,500 ਕਿਲੋ 15,000 ਕਿਤੇ ਵੀ ਨਹੀਂ ਬਣਦੀ ਇਸ ਕਰਕੇ no altrimenti scarico parte del rimorchio ਜਾਂ ਫਿਰ ਤੁਸੀਂ rimorchio ਵਾਲਾ ਪਾਰਟ का scarico ਕਰੋ ਠੀਕ ਹੈ ਉਧਰੋਂ ਉਤਾਰੋ della parte del rimorchio oppure trasferisco ਜਾਂ ਤਾਂ ਤੁਸੀਂ ਉਹਨੂੰ ਜਿਹੜਾ ਓਵਰਲੋਡ ਹੈ ਉਹ ਤੁਹਾਨੂੰ ਲਾਣਾ ਪੈਣਾ ਹੈ ਠੀਕ ਹੈ ਇੱਕ ਹੱਲ ਇਹਦਾ ਇਹ ਹੈ ਜਾਂ ਫਿਰ oppure trasferisco parte del carico del rimorchio ਜਾਂ ਫਿਰ ਟ੍ਰਾਂਸਫਰ ਕਰਨਾ ਪੈਣਾ ਹੈ ਜਿਹੜਾ rimorchio ਵਾਲਾ ਵਜ਼ਨ ਹੈ ਕਿਉਂਕਿ rimorchio ਜ਼ਿਆਦਾ 15,000 ਕਿਲੋ ਹੈ ਉਹ ਟ੍ਰਾਂਸਫਰ ਕਰਨਾ ਪੈਣਾ ਹੈ alla motrice ਮੋਟਰ ਦੇ ਵਿੱਚ ਯਾਨੀ ਕਿ ਇਹ ਤੁਸੀਂ ਟਰੱਕ ਦੇ ਵਿੱਚ ਆਟੋ ਕਾਰ ਦੇ ਵਿੱਚ ਟ੍ਰਾਂਸਫਰ ਕਰੋ ਸਮਾਨ ਜਿਹੜਾ ਓਵਰ ਸਮਾਨ ਹੈ in modo da stare entro il rapporto treno ਇਸ ਤਰ੍ਹਾਂ ਕਿ ਤੁਸੀਂ rapporto di treno ਦੇ ਅੰਡਰ ਰਹੋ ਠੀਕ ਹੈ ਕਿਉਂਕਿ ਹੁਣ ਤੁਸੀਂ rapporto di treno ਤੋਂ ਬਾਹਰ ਹੋ 10,000 ਕਿਲੋ ਮੋਟਰ ਦਾ ਵਜ਼ਨ 15,000 rimorchio ਦਾ rapporto di treno ਤੋਂ ਬਾਹਰ ਹੈ ਜਾਂ ਤਾਂ ਤੁਹਾਨੂੰ ਓਵਰ ਸਮਾਨ ਲਾਣਾ ਪੈਣਾ ਇੱਕ ਹੱਲ ਦੂਸਰਾ ਹੱਲ ਇਹ ਹੈ ਕਿ ਤੁਸੀਂ rimorchio ਤੋਂ ਸਮਾਨ ਲਾ ਕੇ ਮੋਟਰ ਤੇ ਲਾ ਦਿਓ ਬਰਾਬਰ ਕਰ ਦਿਓ ਕਿ rapporto di treno ਦੇ ਅੰਦਰ ਆ ਜਾਏ ਠੀਕ ਹੋ ਗਿਆ ਜੀ ਇਹਦਾ ਇਹ ਹੱਲ ਹੈ ਜੇ ਇਸ ਤਰ੍ਹਾਂ ਕਹੋਗੇ 10,000 ਪਿੱਛੇ 15,000 ਕਿਲੋ rimorchio ਨਹੀਂ ਦੂਸਰਾ ਦਮਾਂਦਾ ਹੈਗਾ se la motrice ha uno rimorchio abile di 20.000 kg ਜੇ motrice ਮੋਟਰ ਜਿਹੜੀ rimorchiabile rimorchio ਲੈ ਕੇ ਜਾ ਸਕਦੀ ਹੈ 20,000 ਕਿਲੋ 20 ਟਨ ਦੀ ਗੱਲ ਹੋ ਰਹੀ ਹੈ può sempre trainare una rimorchio 20.000 kg ਉਹ ਹਮੇਸ਼ਾ 20 ਟਨ ਜਾਂ 20,000 ਕਿਲੋ ਟਰਾਂਸਪੋਰਟ ਕਰ ਸਕਦੀ ਹੈ ਦੇਖੋ ਜੀ ਇਹ ਡਿਪੈਂਡ ਕਰਦਾ ਹੈ ਕਹਿੰਦੇ dipende dalla massa effettiva del ਇਹ ਡਿਪੈਂਡ ਕਰਦਾ ਉਹਦੇ ਵਜ਼ਨ ਦੇ ਉੱਤੇ che dovrà rispettare il rapporto di treno ਜਿੱਥੇ ਤੁਸੀਂ ਰਿਸਪੈਕਟ ਕਰਨੀ ਹੈ rapporto di treno ਦੀ quindi ਯਾਨੀ ਕਿ ਇਹ ਡਿਪੈਂਡ ਕਰਦਾ ਹੈ se il rimorchio dotato di freno di continuo automatico ਜੇ continuo automatico ਦਿੱਤਾ ਗਿਆ ਤਾਂ ਕਿਉਂਕਿ 20,000 ਕਿਲੋ ਗੱਡੀ ਦਾ ਹੈ ਤਾਂ 20,000 ਹੀ rimorchio ਦਾ ਹੈ ਜੇ continuo automatic ਹੈ ਤਾਂ ਅਸੀਂ ਦੇਖ ਸਕਦੇ ਹਾਂ ਇੱਕ ਦੇ ਪਿੱਛੇ 1.45 ਹੈ ਯਾਨੀ 10,000 ਦੇ ਪਿੱਛੇ 14,500 ਹੈ ਇਸ ਕਰਕੇ rimorchio ਦਾ ਇਸ ਕਰਕੇ ਇਸ ਸੂਰਤ ਦੇ ਵਿੱਚ ਜੇ ਫਰੇਨ ਪੂਰਾ ਕੰਟੀਨਿਊ ਆਟੋਮੈਟਿਕ ਹੋਇਆ ਤਾਂ ਫਿਰ ਤਾਂ ਅਸੀਂ ਟਰਾਂਸਪੋਰਟ ਕਰ ਸਕਦੇ ਹਾਂ ਫਿਰ ਜੇ ਸੇ rimorchio dotato di freno energia ਦਿੱਤੀ ਗਈ ਹੈ rimorchio ਨੂੰ massa potrà passare a 16.000 kg ਕਿਉਂਕਿ ਜੇ freno di energia ਹੈ ਤਾਂ ਫਿਰ 10,000 ਦਾ 8,000 ਤੇ 20,000 ਦਾ 16,000 ਕਿਉਂਕਿ ਅਸੀਂ 0.8% 8 ਹੈ ਨਾ ਰਿਪੋਰਟ ਤੋਂ ਡਰੋਨੋ ਕਿਉਂਕਿ ਇਹਦੀ ਹੈਗੀ ਹੈ 0.8 ਇਸ ਕਰਕੇ ਇਹਦੇ ਵਿੱਚ ਪਿੱਛੇ ਮੈਕਸਿਮਮ 16,000 ਇਸ ਸੂਰਤ ਵਿੱਚ 20 ਦੇ ਪਿੱਛੇ ਵੀ ਨਹੀਂ ਜਾ ਸਕਦਾ ਫਿਰ se rimorchio senza freni ਜੇ ਬਿਨਾਂ ਬ੍ਰੇਕਾਂ ਤੋਂ ਹੈ freni potrà passare al massimo 10.000 ਇਹ 10,000 ਸਿਰਫ ਲੈ ਕੇ ਜਾ ਸਕਦਾ ਹੈ ਰਿਪੋਰਟ ਟ੍ਰੇਨੋ 0.5 ਕਿਉਂਕਿ ਰਿਪੋਰਟ ਟ੍ਰੇਨੋ ਇਹਦੀ 0.5 ਹੈਗੀ ਹੈ ਇਸ ਕਰਕੇ ਇਹ ਚੀਜ਼ ਦਾ ਬਿਲਕੁਲ ਖਾਸ ਧਿਆਨ ਰੱਖਣਾ ਕਿ ਰਿਪੋਰਟ ਟ੍ਰੇਨੋ ਕਿੰਨੀ ਹੈ ਤੁਹਾਡੀ ਔਰ carta circolazione ਤੇ ਜ਼ਰੂਰ ਫੋਕਸ ਕਰਨਾ ਕਿ carta circolazione ਤੁਹਾਡਾ ਕੀ ਲਿਖਿਆ ਹੋਇਆ ਹੈ punto J1 ਤੇ ਲਿਖਿਆ ਹੁੰਦਾ ਕੈਟੇਗਰੀ ਦੀ ਵਿਕੋਲੀ ਕਿਹੜੀ ਕੈਟੇਗਰੀ ਦੀ ਵਿਕੀ ਹੈ ਗੱਡੀ ਹੈ ਤੁਹਾਡੀ ਕੰਟਰੋਲਾ ਸੁਲੀ ਲਿਬਰੇਟੋ ਕੰਟਰੋਲ ਕਰਨੇ ਵਾਲੀ ਗੱਡੀ ਹੈ ਲਿਬਰੇਟੋ ਤੇ ਜਿਹੜੀ ਗੱਡੀ ਦੇ ਡਾਕੂਮੈਂਟ ਹੈ ਉਹਨਾਂ ਤੇ ਕੀ ਚੀਜ਼ਾਂ ਨੇ ਇਹਦੇ ਵਿੱਚ 4 ਖਾਨੇ ਨੇ 1 2 3 4 ਖਾਨੇ ਨੇ ਇਹਦੇ ਵਿੱਚ ਕਿਹੜੀਆਂ ਚੀਜ਼ਾਂ ਕੰਟਰੋਲ ਕਰਨੀਆਂ ਨੇ ਸਭ ਤੋਂ ਪਹਿਲਾਂ ਜਿਹੜੀ ਹੈ punto ਦੀ J1 ਕੈਟੇਗਰੀ ਹੈ ਵਿਕੋਲੀ ਗੱਡੀ ਦੀ ਕੈਟੇਗਰੀ rimorchio vettura o autocarro ਇਹ ਕੀ ਚੀਜ਼ ਹੈ ਉਹਦੇ ਬਾਰੇ J1 ਤੇ ਲਿਖਿਆ ਹੋਵੇਗਾ J1 ਤੁਸੀਂ ਦੇਖ ਸਕਦੇ ਹੋ F1 ਇਹ ਲਿਖਿਆ ਗਿਆ J1 autovicolo per uso speciale uso proprio J1 ਅਸੀਂ ਦੇਖ ਸਕਦੇ ਹਾਂ ਸਹੀ ਨਜ਼ਰ ਨਹੀਂ ਆ ਰਿਹਾ ਤੁਸੀਂ ਆਪਣੀ ਲਿਬਰੇਟੋ ਜਿੱਥੇ ਵੀ ਤੁਹਾਨੂੰ ਮਿਲੇ ਉੱਥੇ ਤੁਸੀਂ ਦੇਖ ਸਕਦੇ ਹੋ J1 ਲਿਖਿਆ autovicoli per uso speciale uso proprio ਥੋੜ੍ਹਾ ਜਿਹਾ ਅਲਫਾਜ਼ ਜਿਹੜੇ ਸਹੀ ਨਹੀਂ ਲਿਖੇ ਹੋਏ ਹੈ ਫਿਰ ਜੀ ਦੂਸਰਾ ਪੁਆਇੰਟ ਜਿਹੜਾ ਅਸੀਂ ਪੜ੍ਹਨਾ ਹੈ ਉਹ ਹੈਗਾ ਜੀ punto F3 ਤੇ ਕੀ ਲਿਖਿਆ ਹੁੰਦਾ ਜੀ massa pieno carico del complesso ਕੰਪਲੀਟ ਗੱਡੀ ਦਾ ਵਜ਼ਨ motrice più rimorchio ਮੋਟਰ ਔਰ rimorchio ਦੋਵਾਂ ਦਾ ਵਜ਼ਨ ਲਿਖਿਆ ਹੋਵੇਗਾ F3 ਤੇ ਮੋਟਰ ਔਰ ਗੱਡੀ ਦਾ ਦੋਵਾਂ ਦਾ ਵਜ਼ਨ ਲਿਖਿਆ ਹੋਵੇਗਾ ਅਸੀਂ F3 ਢੂੰਡਾਂਗੇ ਤੇ ਇਹ F2 ਲਿਖਿਆ F2 ਦੇ ਅੱਗੇ F3 ਲਿਖਿਆ F2 ਦੇ ਲਿਖਿਆ 12,010 ਤੇ ਟੋਟਲ ਹੈਗਾ 24,000
यानी कि 12,010 ਵਿੱਚੋਂ ਕੱਢੋ 24,000 ਵਿੱਚੋਂ ਤੇ ਕਿੰਨਾ ਰਹਿ ਗਿਆ 11,990 ਜਿਹੜਾ ਰਿਮੋਰਕੀ ਦਾ ਵਜ਼ਨ ਹੈ। ਯਾਨੀ ਕਿ ਰਿਮੋਰਕੀ ਦਾ ਵਜ਼ਨ ਬਣਦਾ 11,990 ਟੋਟਲ 24,000। ਥੱਲੇ F2 ਜਿਹੜਾ ਅਸੀਂ ਪੜ੍ਹ ਚੁੱਕੇ ਹੋਏ ਹਾਂ ਮਾਸ ਆਪੇਨੋ ਕਾਰੀਕੋ del vicolo F2 12,010 ਲਿਖਿਆ ਹੈ, ਠੀਕ ਹੈ। ਤੇ O1 ਮਾਸਾ ਰਿਮੋਰਕੀਆਬਿਲੇ O1 ਤੇ ਉੱਤੇ ਲਿਖਿਆ ਹੋਵੇਗਾ 19,990 ਜਿਵੇਂ ਮੈਂ ਤੁਹਾਨੂੰ ਦੱਸ ਚੁੱਕੇ ਹੋਏ ਹਾਂ। O1 ਤੁਸੀਂ ਦੇਖ ਸਕਦੇ ਹੋ ਇਹ ਸਾਡੇ ਕੋਲ ਲਿਖਿਆ ਹੋਇਆ ਹੈ N3 ਦੇ ਥੱਲੇ O1 11,990 ਜਿਹੜਾ ਕਿ 24,000 ਵਿੱਚੋਂ ਬਚਦਾ ਸੀ 12,010 ਕੱਢੀਏ ਤੇ, ਠੀਕ ਹੈ ਜੀ। ਇਹ ਮੇਨ ਚੀਜ਼ਾਂ ਜਿਹੜੀਆਂ ਤੁਸੀਂ ਰਿਮੋਰਕੀ ਦਾ ਕਿੰਨਾ ਵਜ਼ਨ ਹੈ, ਗੱਡੀ ਦੀ ਕੈਟੇਗਰੀ ਕਿਹੜੀ ਹੈ, ਕਿਹੜੀ ਗੱਡੀ ਇਸਤੇਮਾਲ ਕਰ ਲੱਗੇ ਹਾਂ ਅਸੀਂ ਨਾ, ਕਦ ਲਈ ਇਸਤੇਮਾਲ ਹੁੰਦੀ ਹੈ, ਫਿਰ ਰਿਮੋਰਕੀ ਦਾ ਗੱਡੀ ਦਾ ਵਜ਼ਨ, ਇਹ ਸਾਰਾ ਇਹ 3-4 ਜਿਹੜੀਆਂ ਚੀਜ਼ਾਂ ਨੇ J1 F3 F2 FO1 ਇਹ ਚੀਜ਼ਾਂ ਕੰਟਰੋਲਾਂ ਕਰਨੀਆਂ ਤੁਸੀਂ। ਇਹ 4 ਹਿੱਸੇ ਨੇ ਲਿਬਰੇਟੋ ਦੇ ਜਿਹਦੇ ਵਿੱਚ ਦੂਸਰੇ ਹਿੱਸੇ ਵਿੱਚ ਇਹ ਕੰਟਰੋਲਾਂ ਕਰਨੇ ਨੇ ਚੀਜ਼ਾਂ ਦਾ। ਤੇ ਕਹਿੰਦੇ ਵੇ che nella terzo quadro controllo la presenza di ganci di treno, terzo quadro ਵਿੱਚ ganci di treno ਨੂੰ ਕੰਟਰੋਲਾ ਕਰਨਾ ਹੈ। ਮਾਸਾ ਰਿਮੋਰਕੀਆਬਿਲੇ ਜਿੰਨਾ ਤੁਸੀਂ ਰਿਮੋਰਕੇ ਵਿੱਚ ਟ੍ਰੇਨਾਰੇ ਕਰ ਸਕਦੇ ਹੋ eventuali limitazioni del stesso, ਔਰ ਜਾਂ ਫਿਰ ਕੋਈ ਹੋਰ ਲਿਮਿਟੇਸ਼ਨ ਹੋਵੇਗੀ ਇਹਦੇ ਵਿੱਚ ਤੇ ਇਹ ਤੁਸੀਂ ਇੱਥੇ ਕੰਟਰੋਲਾ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਇੱਥੇ ਵਾਜ਼ਿਆ ਲੱਭ ਸਕਦਾ ਹੈ। ਇਹਦੇ ਤੋਂ ਇਲਾਵਾ ਮਾਸਾ ਬਹੁਤ ਖਾਲੀ ਦਾ ਵਜ਼ਨ, ਇਹਦੇ ਤੋਂ ਇਲਾਵਾ elenco ਪਨਿਮਾਚੀਓ ਮੈਸੀ ਜਿਹੜੇ ਟਾਇਰਾਂ ਦੀ ਮੈਸੋ ਜਿਹੜੀ ਪਰਮਿਸ਼ਨ ਹੈਗੀ ਹੈ 265/70 ਜਿਹੜਾ ਪਰਚੈਂਟੁਆਲੇ ਹੁੰਦਾ ਹੈ, ਰੈਡੀਆਲੇ 17.5, ਠੀਕ ਹੈ। ਇਹ ਸਾਰੀ ਲਿਮਿਟੇਸ਼ਨ ਤੁਹਾਨੂੰ ਮਿਲ ਸਕਦੀ ਹੈ ਇਹ terzo quadro ਵਿੱਚ, ਥਰਡ ਵਿੱਚ, ਇਹ ਥਰਡ ਹੈਗੀ ਜਿਹੜੀ ਅਸੀਂ ਪੜ੍ਹ ਰਹੇ ਹਾਂ। ਇਹਦੇ ਤੋਂ ਇਲਾਵਾ ਥੱਲੇ ਕਹਿੰਦੇ ਨੇ sempre nella terzo quadro ਥਰਡ ਕੁਆਡਰ ਵਿੱਚ ਕੰਟਰੋਲ ਆਣ ਕੇ ਮਿਜ਼ੂਰਤ ਪਨਿਮਾਚੀ ਟਾਇਰਾਂ ਦਾ ਮਿਜ਼ੂਰਾ, ਜਿਵੇਂ ਕਿ ਅਸੀਂ ਇੱਥੇ ਦੇਖ ਚੁੱਕੇ ਹੋਏ ਹਾਂ ਟਾਇਰਾਂ ਦਾ ਮਿਜ਼ੂਰਾ ਲਿਖਿਆ ਹੋਇਆ ਹੈ। ਥਰਡ ਕੁਆਡਰ ਵਿੱਚ 265/1270 ਰੈਡੀਆਲੇ 17.5 139 GS, ਠੀਕ ਹੈ ਜੀ। ਤੇ ਇਹਦੇ ਤੋਂ ਇਲਾਵਾ ਅਗਲੀ ਚੀਜ਼ ਪੁੱਛਦਾ ਮੈਂ ਕਿ ਲਾ ਤਾਰਾ ਖਾਲੀ ਦਾ ਵਜ਼ਨ ਰਿਪੋਰਟ ਵਾਲਾ terzo quadro ਤਾਰਾ ਖਾਲੀ ਦਾ ਵਜ਼ਨ ਮਾਸਾ ਬਹੁਤ ਤੋਂ ਇੱਥੇ ਅਸੀਂ ਪੜ੍ਹਿਆ ਵੀ ਹੈ, ਇਹ ਜਿੱਥੇ ਟਾਇਰਾਂ ਦਾ ਲਿਖਿਆ ਉਹਦੇ ਥੱਲੇ ਨਾਲ ਹੀ ਮਾਸਾ ਬਹੁਤ ਤੋਂ ਇੱਥੇ ਲਿਖਿਆ ਹੋਇਆ ਜੀ। ਫਿਰ ਜੀ ਇਹਦੇ ਤੋਂ ਇਲਾਵਾ riporto al terzo quadro e se non è calcola potenza il diviso riportato pesa potenza riportato terzo quadro potenza peso ਵਗੈਰਾ ਵੀ ਤੁਹਾਨੂੰ ਇਹ ਥਰਡ ਕੁਆਡਰੋ ਵਿੱਚ ਹੀ ਮਿਲੇਗਾ। immatricolazione ASE ਨੰਬਰ 1 4400 massa massima ammissibile per immatricolazione ASE 2 ਧੂਰੇ ਦੇ ਲਈ 8400 ਤੇ ਅੱਗੇ ਮਜ਼ੀਦ ਡਿਟੇਲ ਦੇ ਲਈ ਮੋਟੋਰੇ ਪਨਿਮਾਚੀ ਇਹ ਅੱਗੇ ਮਜ਼ੀਦ ਡਿਟੇਲ ਦੇ ਲਈ ਤੁਸੀਂ ਪੜ੍ਹ ਸਕਦੇ ਹੋ। ਤੇ e ਫਿਰ ਇੱਧਰ ਕੁਝ della Pneumaci montaggio pneumatici ਇਹ ਕੁਆਰਟੋ ਇਹਦੇ ਵਿੱਚ ਹੈਗਾ, ਚੌਥੇ ਪਾਰਟ ਦੇ ਵਿੱਚ ਹੈਗਾ। ਇੱਥੇ ਮਜ਼ੀਦ ਡਿਟੇਲ ਦੇ ਨਾਲ ਨਜ਼ਰ ਆ ਰਿਹਾ ਹੈ। ਜੇ ਕੁਝ ਵੀ ਤੁਹਾਨੂੰ ਚੀਜ਼ ਸਮਝ ਨਹੀਂ ਹੋਇਆ ਮਨਾਸਬ ਹੈ ਜਿਹੜੀ ਗੱਡੀ ਤੁਸੀਂ ਆਪੇ ਇਸਤੇਮਾਲ ਕਰੋਗੇ ਉਹਦੇ ਵਿੱਚ ਤੁਸੀਂ ਆਰਾਮ ਸਕੂਨ ਦੇ ਨਾਲ ਇਹ ਚੀਜ਼ਾਂ ਦੇਖੋ ਔਰ ਢੂੰਡੋ ਕਿ ਤੁਹਾਨੂੰ ਆਸਾਨੀ ਹੋਵੇ ਮਿਲਣੇ ਵਿੱਚ, ਔਰ ਜੇ ਕੱਲ੍ਹ ਤੁਹਾਨੂੰ ਇਸ ਤਰ੍ਹਾਂ ਧੂਰੇ ਪੁੱਛਦਾ ਤਾਂ ਤੁਸੀਂ ਉਹਨੂੰ ਕੱਢ ਕੇ ਦੇਖ ਸਕੋ। ਤੇ ਅੱਗੇ ਗੱਲ ਕਰਾਂਗੇ ਅਸੀਂ caratteristiche dei rimorchi, ਜਿਹੜੀ ਖੂਬੀਆਂ ਹੁੰਦੀਆਂ ਰਿਮੋਰਕੀਓ ਦੀਆਂ। un rimorchio si riconosce, ਇੱਕ ਰਿਮੋਰਕੀ ਜਿਹੜਾ ਪਛਾਣਿਆ ਜਾਂਦਾ ਨਾਲ parte posteriore ਪਿਛਲੀ ਸਾਈਡ ਤੋਂ della presenza di due catadiotri di forma triangolare di colore rosso, ਪਿਛਲੀ ਸਾਈਡ ਤੇ ਦੋ ਕਾਤਾਦਿਓਤਰੀ ਹੁੰਦੀਆਂ ਨੇ ਟ੍ਰਾਇੰਗਲੋ ਦੇ ਫਾਰਮੇ ਯਾਨੀ ਕਿ ਤਿਕੋਣ ਦੇ ਫਾਰਮੇ ਦੀ ਬਣੀਆਂ ਹੋਈਆਂ ਰੈੱਡ ਕਲਰ ਦੀਆਂ, ਪਿਛਲੇ ਹੱਥ ਪਛਾਣਿਆ ਜਾਏਗਾ। ਰਿਮੋਰਕੀਓ ਮੈਟ੍ਰਿਕੁਲਾਤੋ prima dell'anno ਜਿਹੜੇ prima dell'anno 2013 ਨੇ ਜਿਹੜੇ 2013 ਤੋਂ ਪਹਿਲੇ ਨੇ saranno dotati di targa rimorchio in un number plate rimorchio ਦਿੱਤੀ ਗਈ ਹੋਵੇਗੀ। una targa della ripitrice ਔਰ ਇੱਕ ਨੰਬਰ ਪਲੇਟ ਰਿਪੀਟ ਹੋਵੇਗੀ con la stessa numero della targa del motrice ਔਰ ਇੱਕ ਨੰਬਰ ਪਲੇਟ ਰਿਪੀਟ ਹੋਵੇਗੀ ਉਹੋ ਹੀ ਨੰਬਰ ਹੋਵੇਗਾ ਜਿਹੜਾ ਮੋਟਰ ਦਾ ਨੰਬਰ ਹੈ, ਯਾਨੀ ਕਿ ਮੋਟਰ ਵਾਲੀ ਜਿਹੜੀ ਕਿ ਗੱਡੀ ਦੀ ਟਰੱਕ ਦੀ ਨੰਬਰ ਪਲੇਟ ਹੈ ਉਹ ਹੀ ਬਣੀ ਹੋਵੇਗੀ ਕਲੋਰੇ ਯੈਲੋ ਪੀਲੇ ਰੰਗ ਦੀ ਬਣੀ ਹੋਵੇਗੀ ਨੰਬਰ ਪਲੇਟ ਜੇ 2013 ਤੋਂ ਪਹਿਲੇ ਦਾ ਰਿਮੋਰਕੀ ਹੋਵੇਗਾ, ਕਿਉਂਕਿ 2013 ਤੋਂ ਬਾਅਦ ਵਾਲੇ ਰਿਮੋਰਕੀ ਜਿਹੜੇ ਉਹਨਾਂ ਦੀ ਆਪਣੀ ਨੰਬਰ ਪਲੇਟ ਇੱਕੋ ਹੀ ਹੁੰਦੀ ਹੈ, ਉਹਨਾਂ ਦੇ ਪਿੱਛੇ ਦੋ ਨੰਬਰ ਪਲੇਟਾਂ ਨਹੀਂ ਲੱਗੀਆਂ ਹੁੰਦੀਆਂ ਕਿਉਂਕਿ ਇਹਨਾਂ ਦੇ ਪ੍ਰੋਪਰ ਡਾਕੂਮੈਂਟ ਬਣਦੇ ਨੇ। ਇਹ ਪ੍ਰੋਪਰ ਗੱਡੀ ਜਿਹੜਾ ਬੰਦਾ ਚਲਾਉਣ ਲੱਗਿਆ ਹੋਵੇਗਾ ਉਹਦੇ ਜਿਹੜਾ ਬੰਦਾ ਰਿਮੋਰਕੀ ਲੈ ਕੇ ਜਾਣ ਲੱਗਿਆ ਹੋਵੇਗਾ ਜੇ ਕੋਈ ਮਸਲਾ ਮਸਾਇਲ ਕਰਦਾ ਹੈ ਤਾਂ ਉਹਦੇ ਸਿਰੇ
ਸਾਰੀ ਇਨਵੈਸਟੀਗੇਸ਼ਨ ਹੋ ਸਕਦੀ ਹੈ, ਉਹ ਜੁਰਮਾਨੇ ਆ ਸਕਦੇ ਨੇ, ਮੂਲ ਤੇ ਆ ਸਕਦੇ ਨੇ। ਇਸ ਕਰਕੇ 2013 ਤੋਂ ਬਾਅਦ ਜਿਹੜੇ ਰਿਮੋਰਕਿਓ ਆ ਰਹੇ ਨੇ ਉਹਨਾਂ ਦੇ ਵਿੱਚ ਰਿਪੀਟ ਹੋਣਾ ਖਾਤਾ ਜਿਹੜਾ ਨੰਬਰ ਪਲੇਟ ਦਾ, ਪੀਲੇ ਰੰਗ ਦੀ ਜਿਹੜੀ ਮੋਟਰ ਦੀ ਰਿਪੀਟ ਹੁੰਦੀ ਸੀ ਨੰਬਰ ਪਲੇਟ, ਉਹ ਰਿਪੀਟ ਹੋਣਾ ਖਾਤਾ ਨਹੀਂ ਹੈ। ਜਦੋਂ 2013 ਤੋਂ ਪੁਰਾਣੀ ਕੋਈ ਹੋਵੇਗੀ ਗੱਡੀ ਰਿਮੋਰਕਿਓ, ਉਹਦੀ ਰਿਪੀਟ ਹੋਵੇਗੀ ਪੀਲੇ ਰੰਗ ਦੀ ਮੋਟਰ ਦੀ, ਯਾਨੀ ਕਿ ਗੱਡੀ ਦੀ, ਟਰੱਕ ਦੀ ਨੰਬਰ ਪਲੇਟ ਰਿਪੀਟ ਹੋ ਕੇ ਪਿੱਛੇ ਲੱਗੀ ਹੋਵੇਗੀ, ਪਿੱਛੇ 2 ਨੰਬਰ ਪਲੇਟਾਂ ਹੋਵੇਗੀ। ਜਿਹੜੀ ਵਾਈਟ ਹੋਵੇਗੀ ਰਿਮੋਰਕਿਓ ਦੀ ਹੋਵੇਗੀ, ਜਿਹੜੀ ਯੈਲੋ ਕਲਰ ਦੀ ਯਾਨੀ ਕਿ ਜਲ ਹੋਵੇਗੀ ਉਹ ਮੋਟਰ ਦੀ ਨੰਬਰ ਪਲੇਟ ਹੋਵੇਗੀ। Il rimorchio matricolato dopo l'anno 2013 ਤੋਂ ਬਾਅਦ sono dotati di una unica targa, ਇਹਨਾਂ ਨੂੰ ਇੱਕੋ ਹੀ ਨੰਬਰ ਪਲੇਟ ਦਿੱਤੀ ਹੋਈ ਹੈ, ਪਰ tutti di inizio con la lettura XE, ਸਭਾਂ ਦੀ ਸ਼ੁਰੂਆਤ ਹੋਵੇਗੀ XE ਦੇ ਲੈਤੂਰੇ ਦੇ ਨਾਲ। ਇਹ ਰਿਮੋਰਕਿਓ ਦੇ ਯਾਨੀ ਕਿ ਮੋਟਰ ਦੇ ਪਿੱਛੇ ਜਿਹਦੇ ਪਿੱਛੇ ਲੱਗਿਆ ਹੋਵੇਗਾ, ਰਿਮੋਰਕਿਓ ਦੀ ਸਿਰਫ ਕੱਲੀ ਨੰਬਰ ਪਲੇਟ ਹੋਵੇਗੀ, ਰਿਮੋਰਕਿਓ ਦੀ ਹੀ ਨੰਬਰ ਪਲੇਟ ਹੋਵੇਗੀ, 2013 ਤੋਂ ਬਾਅਦ ਵਾਲਾ ਰਿਮੋਰਕਿਓ ਹੋਵੇਗਾ। ਤੇ è fondamentale per poter riconoscere dalla parte posteriore, ਅਸੂਲੀ ਤੌਰ 'ਤੇ ਜਿਹੜਾ ਪਿਛਲੀ ਸਾਈਡ ਜਾਣੀ ਜਾਂਦੀ ਹੈ del tipo di veicoli ਗੱਡੀ ਦੇ ਪਿਛਲੀ ਦੀ, che vi procede ਜਿਹੜੀ ਅੱਗੇ ਜਾਂਦੀ ਹੈ ਮੇਰੇ, per poter valutare in modo corretto la possibilità di effettuare un sorpasso। ਇਹ ਅਸੂਲੀ ਤੌਰ 'ਤੇ ਦੱਸਿਆ ਜਾਂਦਾ ਕਿ ਸਾਨੂੰ ਪਤਾ ਲੱਗ ਸਕੇ ਕਿ ਜਿਹੜੀ ਗੱਡੀ ਸਾਡੇ ਅੱਗੇ ਜਾ ਰਹੀ ਹੈ ਸਾਨੂੰ ਉਹਦਾ ਪਤਾ ਲੱਗ ਸਕਿਆ ਕਿੰਨੀ ਲੰਬੀ ਹੈ, ਵੀ ਜਾਂ ਤਾਂ ਟ੍ਰੇਨ ਜਾਂ ਤਾਂ ਤਿਕਲਾਤੀ ਹੈ ਜਾਂ ਇੱਕ ਛੋਟੀ ਕਾਰ ਹੈ, ਵੀ ਇਸ ਤਰ੍ਹਾਂ ਕਿ ਅਸੀਂ ਉਹਨੂੰ ਪੋਸੀਬਲ ਹੈ ਕਿ ਓਵਰਟੇਕ ਕਰ ਸਕੀਏ ਕਿ ਨਹੀਂ, ਕਿਉਂਕਿ ਅਸੀਂ ਕਾਰ ਨੂੰ ਓਵਰਟੇਕ ਕਰਦੇ ਹਾਂ ਨਾ ਛੋਟੀ ਹੁੰਦੀ ਹੈ, ਲੇਕਿਨ ਜਦ ਅਸੀਂ ਅਤੁਤਰੀ ਜਾਂ ਤਿਕਲਾਤੀ ਨੂੰ ਓਵਰਟੇਕ ਕਰਦੇ ਹਾਂ ਫਿਰ ਮੰਨ ਲਓ ਅਸੀਂ 3 ਜਾਂ 4 ਕਾਰਾਂ ਨੂੰ ਇੱਕ ਸਾਥ ਹੀ ਇਕੱਠਿਆਂ ਹੀ ਓਵਰਟੇਕ ਕਰਨਾ, ਇਤਨਾ ਸਾਨੂੰ ਸਪੇਸ ਚਾਹੀਦਾ ਹੈ। ਤੇ ਅੱਗੇ ਜੀ sosta per lunghi periodi del rimorchio, ਲੰਬੇ ਪੀਰੀਅਡ ਲਈ ਜੇ ਸੁਸਤਾ ਕਰਦੇ ਰਿਮੋਰਕਿਓ ਦਾ, ਲੰਬੇ ਪੀਰੀਅਡ ਲਈ ਸੁਸਤਾ ਕਰੋਗੇ ਤਾਂ ਇਹਦੀ ਗੱਲ ਹੈ ਉਹਦੀ ਇੰਸ਼ੋਰੈਂਸ ਜਿਹੜੀ ਪੱਕ ਚਾਹੀਦੀ ਹੁੰਦੀ ਹੈ। Se il rimorchio deve essere lasciato in sosta, ਜੇ ਰਿਮੋਰਕਿਓ ਛੱਡਣਾ ਸੋਸਤੇ ਦੇ ਵਿੱਚ per un lungo periodo ਦੇ ਲੰਬੇ ਟਾਈਮ ਲਈ, si consiglia la possibilità di inserire freno meccanico di stazionamento, ਕਹਿੰਦੇ ਨੇ ਫਿਰ ਤੁਹਾਨੂੰ ਸਲਾਹ ਦਿੰਦੇ ਨੇ ਵੀ ਫਰੇਨ ਸਟੇਸ਼ਨਮੈਂਟ ਉਹਨੂੰ ਐਕਟਿਵ ਕਰੋ, ਮਾਨੋਵੇਲਾ ਵੋਲੈਂਟੀਨੋ, ਜਦ ਤੁਸੀਂ ਉਹਨੂੰ ਸੁਸਤੇ ਵਿੱਚ ਛੱਡਣਾ ਤਾਂ ਉਹਦੀ ਬ੍ਰੇਕ ਐਕਟਿਵ ਕਰਨੀ ਹੈ, ਉਹਦੀ ਆਪਣੀ ਬ੍ਰੇਕ ਹੁੰਦੀ ਹੈ, ਹਵਾ ਨਿਕਲ ਜਾਂਦੀ ਹੈ, ਉਹ ਬ੍ਰੇਕ ਐਕਟਿਵ ਹੋ ਜਾਂਦੀ ਹੈ। ਵਿeni possibile perdita l'aria, ਜਿਹਦੇ ਵਿੱਚ ਉਹ ਹਵਾ ਖਤਮ ਕਰਦਾ, ਜਿਹੜੇ ਉਹਦੇ ਮਕੈਨੀਕਲ ਸਿਸਟਮ ਹੁੰਦੇ ਨੇ ਹਵਾ ਉਹਦੇ ਬ੍ਰੇਕਾਂ ਦੇ, del circuito frenante del rimorchio, ਜਿਹੜਾ ਸਰਕੂਲੇਸ਼ਨ ਹੈਗਾ ਬ੍ਰੇਕਾਂ ਦਾ ਰਿਮੋਰਕਿਓ ਦੇ ਵਿੱਚ, con conseguente se frenatura ਉਹਦੇ ਨਤੀਜੇ ਵਿੱਚ ਬ੍ਰੇਕਾਂ se frenatura ਬ੍ਰੇਕਾਂ ਖਤਮ ਹੁੰਦੀਆਂ del stesso, ਉਹਦੇ ਤੋਂ ਹੀ periodicamente movimento il rimorchio, ਜਦ ਤੁਸੀਂ ਪੀਰੀਅਡ ਵਾਈਜ਼ ਮੂਵਮੈਂਟ ਕਰਦੇ ਹੋ ਰਿਮੋਰਕਿਓ ਦੀ, per evitare ovulazione del rimorchio, ਵੀ ਬਚ ਸਕੇ ਖਰਾਬੀ ਆਉਣ ਤੋਂ ਰਿਮੋਰਕਿਓ ਤੋਂ, ਯਾਨੀ ਕਿ ਉਹਨੂੰ ਮੂਵਮੈਂਟ ਵੀ ਦੇਣੀ ਹੈ ਕੁਝ ਅਰਸੇ ਬਾਅਦ ਕਿ ਇੱਕ ਜਗ੍ਹਾ 'ਤੇ ਬ੍ਰੇਕਾਂ ਲੱਗੀਆਂ ਉਹਦੇ ਵਿੱਚ ਜ਼ੰਗ ਨਾ ਪੈ ਜਾਏ, ਖਰਾਬੀ ਨਾ ਆ ਜਾਏ, ਪ੍ਰੋਬਲਮ ਆ ਜਾਏ। ਅਤੇ ਇਹ ਚੀਜ਼ ਵੀ ਤੁਹਾਨੂੰ ਪੁੱਛੀ ਜਾ ਸਕਦੀ ਹੈ। ਲਿਮਿਟਿਡ ਵੈਲੋਸਿਟੀ, ਜਿਹੜੀ ਲਿਮਿਟਿਡ ਵੈਲੋਸਿਟੀ ਜਿਵੇਂ ਮੈਂ ਤੁਹਾਨੂੰ ਪਹਿਲੇ ਦੱਸ ਚੁੱਕੇ ਹੋਏ ਹਾਂ, ਕਹਿੰਦੇ ਪਏ sulla strada extraurbane ਭਾਵੇਂ ਸੈਕੰਡਰੀ ਹੈ ਭਾਵੇਂ ਪ੍ਰਿੰਸੀਪਲ ਹੋਇਆ 70 km/h, ਕਿਉਂਕਿ 3.5 ਟਨ ਵਾਲੀ ਗੱਡੀ ਹੋ ਗਈ ਹੈ, 7 ਮੀਟਰ ਤੋਂ ਲੰਬੀ ਗੱਡੀ ਹੋ ਗਈ। ਅਤੇ ਫਿਰ ਆਟੋਸਟਰਾਦੇ 80 km/h। ਮੇਜ਼ੀ ਦੀ ਓਪਰਾ ਦਾ ਹੋਰ ਸਪੈਸੀਫਿਕ ਹੁੰਦੀ ਹੈ ਸਪੀਡ, ਮੇਜ਼ੀ ਦੀ ਓਪਰਾ solo se sfruttano i potenza, ਕਿਉਂਕਿ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਤਾਕਤ, ਇਹਨਾਂ ਨੇ ਬਹੁਤ ਜ਼ਿਆਦਾ ਮਟੀਰੀਅਲ ਹੈਵੀ ਲੈ ਕੇ ਜਾਣਾ ਹੁੰਦਾ, ਇਸ ਕਰਕੇ 40 km/h ਇੰਚੀਤਾ, ਸਿਟੀ ਦੇ ਵਿੱਚ 60 km/h su strade extraurbane, ਭਾਵੇਂ ਐਕਸਟਰੋਬਾਨ ਹੈ ਭਾਵੇਂ ਆਟੋਸਟਰਾਦੇ ਚੜੇਗੀ ਤਾਂ ਇਹਦੇ ਪੈਦਾਜੀ ਵਗੈਰਾ, ਇਹਦੇ ਰੋਡ ਟੈਕਸ ਵੀ ਜ਼ਿਆਦਾ ਹੁੰਦੇ ਨੇ, ਹੈਵੀ ਸਮਾਨ ਲੈ ਕੇ ਜਾਂਦੀਆਂ ਨਾ ਮੇਜ਼ੀ ਦੇ ਉੱਪਰ, ਇਹਦੀ ਸਪੀਡ 60 ਹੀ ਹੋਵੇਗੀ। I limiti di velocità sono ridotti rispetto agli altri veicoli, ਸਪੀਡ ਲਿਮਿਟ ਜਿਹੜੀ ਘੱਟ ਹੁੰਦੀ ਹੈ ਦੂਜੀਆਂ ਵੱਡੀਆਂ ਗੱਡੀਆਂ ਦੇ ਮੁਕਾਬਲੇ, perché essendo mezzi più pesanti, ਕਿਉਂਕਿ ਭਾਰੀਆਂ ਗੱਡੀਆਂ ਹੁੰਦੀਆਂ ਨੇ, sarà più difficile fermarli, ਕਿਉਂਕਿ ਜ਼ਿਆਦਾ ਮੁਸ਼ਕਲ ਹੁੰਦਾ ਇਹਨਾਂ ਨੂੰ ਰੋਕਣਾ। ਕਹਿੰਦੇ ਵੀ ਲਿਮਿਟ ਸਪੀਡ ਦੀ ਇਹਨਾਂ ਦੂਜੀਆਂ ਗੱਡੀਆਂ ਦੇ ਮੁਕਾਬਲੇ ਘੱਟ ਹੁੰਦੀ ਹੈ, ਕਿਉਂਕਿ ਇਹਨਾਂ ਨੂੰ ਜ਼ਿਆਦਾ ਮੁਸ਼ਕਲ ਹੁੰਦਾ ਰੋਕਣਾ। ਇਨ curva, ਮੋੜਾਂ ਦੇ ਵਿੱਚ, aumenta la possibilità di ribaltamento dovuto del baricentro alto, ਔਰ curve ਮੋੜਾਂ ਦੇ ਵਿੱਚ ਰਿਬਾਲਟਾਮੈਂਟੋ ਗੱਡੀ ਦਾ ਝੋਲ ਖਾਣਾ ਵੱਧ ਜਾਂਦਾ ਹੈ, ਕਿਉਂਕਿ ਬਾਹਰੀ ਚੈਂਤਰ ਜੋ ਉੱਤੇ ਹੋਵੇ ਇਹਨਾਂ ਦੀ। ਤੇ ਅੱਗੇ ਜੀ ਆ ਗਿਆ carico rimorchio। Carico rimorchio, se si tratta di materiale
sciolto ਜੇ ਜੇ ਖੁੱਲਣ ਵਾਲਾ ਸਮਾਨ ਹੋਵੇ distribute ਹੋ ਸਕਦਾ ਹੈ ਸਭ ਪਹਿਲਾਂ ਤੇ distribuire uniformandola su tutte le specifiche del casone ਫਿਰ distribute ਕਰਨਾ ਹੈ ਤਕਸੀਮ ਕਰਨਾ ਹੈ ਸਾਰੇ ਉਹਦੇ ਕਜ਼ੋਨੇ ਵਿੱਚ ਸਾਰੇ ਉਹਦੇ ਜਿਹੜੀ ਪਿਆਨਾਲੀ ਦੀ ਕਾਰਿਕੋ ਹੈ ਉਹਦੇ ਵਿੱਚ ਸਾਰੇ 'ਚ ਡਿਸਟਰੀਬਿਊਟ ਕਰਨਾ ਤਕਸੀਮ ਕਰਨਾ ਬਰਾਬਰ ਕਰਕੇ se in uno unico calo ਜੇ ਇੱਕੋ ਹੀ ਕੋਲੋ ਹੋਵੇ posizionarlo in centro al asse ਫਿਰ ਸੈਂਟਰਲ ਧੂਰੇ ਦੇ ਨੇੜੇ ਉਹਨੂੰ ਰੱਖਣਾ ਹੈ ਇੱਕੋ ਹੀ ਕੋਲੋ ਇੱਕੋ ਹੀ ਪੀਸ ਹੋਵੇ ਪਾਰਾ ਤੇ se il colo una parallele pipede il lato più lungo ਜੇ ਇੱਕ ਕੋਲ ਹੋਵੇ ਜਿਹੜੀ ਸਾਈਡਾਂ 'ਤੇ ਆਉਂਦੀ ਹੋਵੇ ਔਰ ਲੰਬੀ ਹੋਵੇ ਵਾ posizionato in orizzontale ਉਹਨੂੰ orizontal ਪੋਜੀਸ਼ਨ ਵਿੱਚ ਰੱਖਣਾ ਹੈ ਪਰ abbassare il baricentro ਵੀ ਜਿਤਨਾ ਥੱਲੇ ਪੋਸੀਬਲ ਹੋਵੇ ਉਹਦੀ baricentro ਥੱਲੇ ਰਹਿ ਸਕੇ i colli vanno fissati ਜਿਹੜੀ ਚੀਜ਼ਾਂ ਨੇ ਇਹ ਇਹਨਾਂ ਨੂੰ ਫਿਕਸ ਕਰਨਾ ਤੁਸੀਂ legati ਇਹਨਾਂ ਨੂੰ ਬੰਨਣਾ ਹੈ con opposita cinga ਇੱਕ ਸਪੈਸ਼ਲ ਬੈਲਟ ਦੇ ਨਾਲ cricchetto ਹੁੰਦੀ ਹੈ ਉਸ ਬੈਲਟ ਨੂੰ ਕੱਸਣ ਲਈ ਹੁੰਦੀ ਹੈ cricchetto ancoraggio del casone ਮਜ਼ਬੂਤੀ ਨਾਲ ਬੰਨ੍ਹਣ ਲਈ ਕਜ਼ੋਨੇ ਨੂੰ ਚਿੰਗੇ ਦੀ ਟੈਂਸ਼ੀਓਨ ਚਿੰਗੇ ਜਿਹੜੇ ਨੇ ਉਹਦੇ ਬੈਲਟ ਨੇ ਉਹਨਾਂ ਨੂੰ ਮਜ਼ਬੂਤ ਕਰਨਾ ਹੈ del potenza alla partenza ਚੱਲਣ ਦੇ ਦੌਰਾਨ ਇਨੀ ਚੱਲਣ ਦੇ ਦੌਰਾਨ ਉਹਨਾਂ ਨੂੰ ਮਜ਼ਬੂਤ ਕਰਨ ਜਿਵੇਂ ਮੈਂ ਤੁਹਾਨੂੰ ਪਹਿਲੇ ਵੀਡੀਓ ਦੇ ਸ਼ੁਰੂ ਵਿੱਚ ਦੱਸਿਆ ਸੀ novamente verificare dopo alcuni chilometri ਔਰ ਬਾਅਦ ਵਿੱਚ ਫਿਰ ਕਨਫਰਮ ਕਰਨਾ ਹੈ ਉਹਨਾਂ ਨੂੰ ਕੁਝ ਕਿਲੋਮੀਟਰ ਚੱਲਣ ਤੋਂ ਬਾਅਦ ਤੇ ਲੋ ਜੀ ਹੁਣ ਅਸੀਂ ਗੱਲ ਕਰੀਏ ਕਾਰਿਕੋ della Ralla ਕਾਰਿਕੋ della Ralla ਜਿਹੜਾ ਬੇਸਿਕਲੀ ਜੇ ਤੁਸੀਂ ਦੇਖਣਾ ਹੈ ਲਾ ਮੈਕਸ ਇੰਡੀਕਾਤਾ ਮੈਕਸਿਮਮ ਜਿਹੜਾ ਇੰਡੀਕੇਟ ਕੀਤਾ ਗਿਆ ਹੈ ਸੁਲ ਕਾਰਤਾ ਦੀ circolazione ਹੈ del trattore ਜਿਹੜਾ ਟਰਾਤੋਰੇ stradale ਹੈ ਉਹਦੇ ਕਾਰਤਾ ਦੀ circolazione ਉਹਦੀ ਲਿਬਰੇਟੋ ਦੇ ਉੱਤੇ ਡਾਕੂਮੈਂਟਾਂ ਦੇ ਉੱਤੇ ਉਹਦੀ ਕਾਪੀ ਦੇ ਉੱਤੇ ਲਿਖਿਆ ਹੋਵੇਗਾ ਇੰਡੀਕੇਟ ਕੀਤਾ ਗਿਆ ਹੋਵੇਗਾ ਕਾਰਿਕੋ della Ralla ਫਿਰ ਜੇ ਤੁਸੀਂ ਪਰ ਮਿਜ਼ੂਰਾਰੇ ਕੁਆਲੇ ਰਿਆਲੇ ਪੇਜ਼ੋ ਜੇ ਤੁਸੀਂ ਹਕੀਕਤ ਵੀ ਜਿਹੜਾ ਰੀਅਲੀ ਇੱਕ ਉਹਦਾ ਵਜ਼ਨ ਹੈਗਾ ਜੇ ਤੁਸੀਂ ਉਹ ਆਪੂ ਪਿਜ਼ਾਰੇ ਕਰਨਾ ਚਾਹੋ ਆਪੂ ਵਜ਼ਨ ਨਾਪਣਾ ਤੋਲਣਾ ਚਾਹੋ ਤੇ ਫਿਰ ਅਸੀਂ ਕੀ ਕਰਨਾ ਜੀ ਫਿਰ ਬੇਸਿਕਲੀ ਕੀ ਤਰੀਕਾਕਾਰ ਹੈ ਇੱਕ ਤਾਂ ਹੁੰਦਾ ਵੀ ਕਾਰਤਾ ਚ ਕ੍ਰਸ਼ਨ ਨੇ ਲਿਖਿਆ ਜੇ ਤੁਸੀਂ ਤੁਹਾਨੂੰ ਪੁੱਛਿਆ ਹੈ ਮੰਨ ਲਓ ਕਿਉਂਕਿ ਤੁਸੀਂ ਬੱਚੇ CEDE ਦਾ ਜਾਂ ਫਿਰ CE ਦਾ D ਦਾ ਤੁਸੀਂ ਐਗਜ਼ਾਮ ਦੇ ਰਹੇ ਹੋ ਤਾਂ ਤੁਹਾਨੂੰ ਇਹ ਕੁਐਸਚਨ ਪੁੱਛੇ ਜਾ ਸਕਦੇ ਨੇ ਜੇ ਪੁੱਛਦਾ ਤੁਹਾਨੂੰ ਤੇ ਤੁਹਾਨੂੰ ਪਤਾ ਹੋਣਾ ਜਿਹਦੇ ਤੁਸੀਂ ਆਪੇ ਪੇਜ਼ੋ ਕਰਨਾ ਹੋਵੇ ਕਾਰਿਕੋ della Ralla ਉਹ ਕਿਵੇਂ ਕਰੋਗੇ ਮਿਜ਼ੂਰਾਰੇ ਕੁਆਲੇ ਰਿਆਲੇ ਪੇਜ਼ੋ ਜਿਹੜਾ ਹਕੀਕਤ ਵਿੱਚ ਪੇਜ਼ੋ ਹੈ ਜੇ ਤੁਸੀਂ ਮਿਜ਼ੂਰਾ ਕਰਨਾ ਹੈ ਤੇ ਟਰਾਤੋਰੇ ਸੈਂਸਾ ਸਮੀ ਰਿਮੋਰਕਿਓ ਟਰੈਕਟਰ ਦਾ ਬਿਨਾ ਸਮੀ ਰਿਮੋਰਕਿਓ ਦੇ in trattore stradale ਸਮੀ ਰਿਮੋਰਕਿਓ ਤੁਹਾਨੂੰ ਪਤਾ ਹੈ ਨਾ ਕਿ ਆਤੋ ਆਰਟੀਕੂਲਾto ਨੂੰ ਬੋਲਦੇ ਨੇ ਤੇ ਟਰਾਤੋਰੇ stradale ਦੇ ਜਿਹੜਾ ਰਾਲ ਹੈ ਕਾਰਿਕੋ della Ralla ਉਹਦਾ ਪੇਜ਼ੋ ਤੁਸੀਂ ਕਰਨਾ ਬਿਨਾ ਸਮੀ ਰਿਮੋਰਕਿਓ ਤੋਂ poi il trattore ਕਹਿੰਦੇ ਨੇ ਪਏ senza semirimorchio poi il trattore con semirimorchio ਔਰ ਬਾਅਦ ਵਿੱਚ ਟਰਾਤੋਰੇ ਦਾ semirimorchio ਦੇ ਨਾਲ ਯਾਨੀ ਕਿ ਤੁਹਾਨੂੰ ਸਮਝ ਆਈ ਹੈ ਕਿ ਤੁਸੀਂ ਕੀ ਕਰਨਾ ਹੈ ਮਿਜ਼ੂਰਾਰੇ quale reale peso ਤੁਸੀਂ ਰੀਅਲੀ ਜਿਹੜਾ ਵਜ਼ਨ ਹੈ ਉਹ ਨਾਪਣਾ ਪਹਿਲੇ ਪ੍ਰੀਮਾ ਇਲ ਟਰਾਤੋਰੇ ਪਹਿਲੇ ਟਰਾਤੋਰੇ ਦਾ ਯਾਨੀ ਕਿ ਕੱਲਾ ਪੇਜ਼ਾਤੂਰਾ ਜਿਹੜਾ ਨਾ ਜਿਹੜਾ ਤੋਲਣੇ ਵਾਲੀ ਥਾਂ ਹੈ ਉੱਥੇ ਸਿਰਫ ਪਹਿਲੇ ਟਰਾਤੋਰੇ ਰੱਖਣਾ ਵਾ ਤੁਸੀਂ ਉੱਥੇ ਤੋਂ ਸਿਰਫ ਪਹਿਲੇ ਟਰਾਤੋਰੇ ਤੋਲਣਾ ਵੇ senza semirimorchio ਤੋਂ ਬਿਨਾਂ ਤੋਲਣਾ ਹੈ poi il trattore ਟਰੈਕਟਰ ਤੋਂ ਬਾਅਦ con il semirimorchio agganciato ਯਾਨੀ ਕਿ ਟਰਾਤੋਰੇ ਨਾਪਣ ਤੋਂ ਬਾਅਦ ਉਹਦਾ ਵਜ਼ਨ ਨਾਪਣਾ ਹੈ ਫਿਰ ਉਹਦੇ ਤੋਂ ਬਾਅਦ semirimorchio ਦਾ ਵਜ਼ਨ ਨਾਪਣਾ ਹੈ agganciato mantenendo la gomme del semirimorchio fuori dalla peso ਲੇਕਿਨ semirimorchio ਦੇ ਜਿਹੜੇ ਗੋਮੇ ਟਾਇਰ ਨੇ ਉਹ ਤੁਸੀਂ ਫੋਰੀ ਦੇ ਲਾ ਪੇਜ਼ੋ ਯਾਨੀ ਕਿ ਜਿਹੜਾ ਪੇਜ਼ਾਤੂਰ ਹੈ ਜਿਹੜਾ ਕਿ ਵਜ਼ਨ ਨਾਪਣ ਵਾਲੀ ਥਾਂ ਉਹਦੇ ਤੋਂ ਬਾਹਰ ਰੱਖਣੇ ਨੇ ਸਿਰਫ ਟਰਾਤੋਰੇ ਉੱਤੇ ਹੋਵੇਗਾ ਔਰ semirimorchio agganciato ਹੋਵੇਗਾ ਉਹਦੇ ਨਾਲ ਪਤਾ ਲੱਗ ਜਾਏਗਾ ਕਾਰਿਕੋ ਰਾਲਾ ਕਿਵੇਂ ਕਹਿੰਦੇ secondo il pesata ਜੇ ਦੂਸਰੀ ਵਾਰੀ pesata ਕੀਤਾ ਤੁਸੀਂ sottaraggio il primo ed contagio il carico della Ralla effettiva ਵੀ ਪਹਿਲਾ ਜਿਹੜਾ ਤੁਸੀਂ ਕੀਤਾ ਸੀ ਕੱਲੇ ਟਰਾਤੋਰੇ ਦਾ ਔਰ ਉਹਦੇ ਤੋਂ ਬਾਅਦ semirimorchio ਨਾਲ ਲਾ ਕੇ ਜਿਹਦੇ ਵਿੱਚ semirimorchio ਦੇ ਟਾਇਰ ਪੇਜ਼ਾਤੂਰੇ ਦੇ ਯਾਨੀ ਕਿ ਕੰਡੇ ਉੱਤੇ ਤੁਸੀਂ ਨਹੀਂ ਰੱਖੇ ਹੈ ਤੇ ਕੰਡੇ ਦੇ ਉੱਤੇ ਪੈਰ semirimorchio ਦੇ ਕੰਡੇ ਉੱਤੇ ਟਾਇਰ ਰੱਖੇ ਬਗੈਰ semirimorchio ਜਦ ਗਾਂਚਿਆਰੇ ਕਰਕੇ ਤੁਸੀਂ ਵਜ਼ਨ ਕੀਤਾ ਹੈ ਤੇ ਪਹਿਲੇ ਵਜ਼ਨ ਦੇ ਵਿੱਚੋਂ ਇਹਨੂੰ ਕੱਢ ਦੇਣਾ ਤੇ ਇਹ ਆ ਜਾਏਗਾ ਰੀਅਲੀ ਪੇਜ਼ੋ ਜਿਹੜਾ ਹਕੀਕੀ ਵਜ਼ਨ ਹੈਗਾ ਕਾਰਿਕੋ ਰਾਲਾ ਤੇ ਅਵਾਂਜ਼ਾਮੈਂਟੋ ਦੀ ਗੱਲ ਕਰੀਏ ਅਵਾਂਜ਼ਾਮੈਂਟੋ ਦੇਖੋ ਜੀ ਤੁਸੀਂ ਜਵਾਬ ਦੇਣਾ ਸਿੰਪਲ ਜਿਹਾ ਤੁਸੀਂ ਯਾਦ ਕਰ ਲਓ ਅਵਾਂਜ਼ਾਮੈਂਟੋ della Ralla ਕਹੋਏ ਜੇ ਕਹਣ ਉਹ ਤੁਸੀਂ ਕਹਿਣਾ distanza del mozo assale posteriore
डिस्टेंस ਜਿਹੜਾ ਫਾਸਲਾ ਹੁੰਦਾ ਹੈ ਮੋਜ਼ੋ ਅਸਾਲੇ ਪਸਟਰੀਓਰੇ ਇਨ ਪੁੰਟੋ ਇਲ ਪੈਰਨੋ ਜਿਸ ਪੁਆਇੰਟ ਤੇ ਜਿੱਥੇ ਪੈਰ ਨੂੰ ਆ ਕੇ ਵੱਜਦੀ ਹੈ ਠੀਕ ਹੈ ਜੀ ਜਿਹੜਾ ਸੈਂਟਰ ਪੁਆਇੰਟ ਜਿੱਥੇ ਪੈਰ ਨੂੰ ਵੱਜਦੀ ਹੈ ਇਨਕਾਸਟਰਾਤੋ ਜਿੱਥੇ ਕਿ ਫਸਦੀ ਹੈ ਵੱਜਦੀ ਹੈ ਨੈਲਾ ਰਾਲਾ ਇਲ ਪੁੰਟੋ ਜੀ ਦਲਾ ਫਿਗੂਰਾ ਜਿਹੜਾ ਜੀ ਪੁਆਇੰਟ ਹੈ ਇਸ ਫਿਗੂਰਾ ਵਿੱਚ ਜਿਹੜਾ ਜੀ ਪੁਆਇੰਟ ਹੈਗਾ ਇਸ 40 ਵਿੱਚ ਜਿੱਥੇ ਆ ਕੇ ਇਨਕਾਸਟਰਾਰੇ ਹੋਣਾ ਪੈਰਨੋ ਨੇ ਉਹਨੂੰ ਕਹਿੰਦੇ ਨੇ ਅਵਾਂਜ਼ਾਮੈਂਟੋ ਦella rolla ਅਵਾਂਜ਼ਾਮੈਂਟੋ della rolla ਬੇਸਿਕਲੀ ਜੇ ਤਾਂ ਇੱਕ ਧੂਰਾ ਤੋਂ ਉਹਦੇ ਉੱਤੇ ਹੁੰਦਾ ਹੈ ਤਾਂ 2 ਧੂਰੇ ਹੋਣ ਤੇ ਇਹਨਾਂ ਦੇ ਸੈਂਟਰ ਪੁਆਇੰਟ ਤੋਂ ਲੈ ਕੇ ਜੀ ਪੁਆਇੰਟ ਤੱਕ 3 ਧੂਰੇ ਹੋਣ ਪਿੱਛੇ ਤੇ ਉਹਦੇ ਅਵਾਂਜ਼ਾਮੈਂਟੋ della rolla ਜਿਹੜਾ ਹੈ ਇਹ ਤੁਹਾਡਾ ਸੈਂਟਰ ਵਾਲੇ ਰਾਲੇ ਤੇ ਹੋਵੇਗਾ। ਤੇ ਬੇਸਿਕਲੀ ਜੇ ਇਹਦੇ ਵਿੱਚ ਡੀਪਲੀ ਹੋਰ ਕੁਐਸਚਨ ਕਰਨਾ ਕਿ ਅਵਾਂਜ਼ਾਮੈਂਟੋ della rolla ਕੀ ਤੁਸੀਂ ਕਰ ਸਕਦੇ ਹੋ, ਤੁਸੀਂ ਕਹਿਣਾ ਕਿ ਬਿਲਕੁਲ ਵੀ ਅਸੀਂ ਨਹੀਂ ਕਰ ਸਕਦੇ। ਕੌਣ ਕਰ ਸਕਦਾ ਹੈ? ਕਰ ਸਕਦੇ ਹੋ ਕਿ ਨਹੀਂ ਕਰ ਸਕਦੇ? ਪਹਿਲਾ ਕੁਐਸਚਨ ਇਹ ਹੈ। ਪਹਿਲਾ ਕੁਐਸਚਨ ਦਾ ਜਵਾਬ ਇਹ ਹੈ ਹਾਂ ਕਰ ਸਕਦੇ ਹਾਂ, ਲੇਕਿਨ ਅਸੀਂ ਨਹੀਂ ਕਰ ਸਕਦੇ। ਕੌਣ ਕਰ ਸਕਦੇ ਨੇ? ਆਫੀਚੀਨੋ ਆਤੋਰਿਜ਼ਾਤਾ। ਆਫੀਚੀਨੋ ਆਤੋਰਿਜ਼ਾਤਾ ਕਿਉਂ ਕਰਦੇ ਨੇ? ਕਿਉਂਕਿ ਜਦ ਇਹ ਕਿਉਂਕਿ ਜਿਹੜੀ ਟੋਟਲ ਲੰਬਾਈ ਹੁੰਦੀ ਹੈ ਇਹ ਸਾਨੂੰ ਪਤਾ ਹੈ ਆਤੋ ਆਰਟੀਕੂਲਾਤ ਦੀ 1550 ਤੋਂ ਜਾਂ ਮੈਕਸ 1650 ਹੋ ਸਕਦਾ ਹੈ। ਤੇ ਜੇ ਰਮੋਰਕਿਓ ਵੱਡਾ ਹੋ ਜਾਏ ਜਾਂ ਰਮੋਰਕਿਓ ਦੇ ਸੈਟਿੰਗ ਲਈ ਮੋਡੀਫਿਕੇਸ਼ਨ ਲਈ ਕੋਈ ਜੇ ਅਵਾਂਜ਼ਾਮੈਂਟੋ della rolla ਕਰਨਾ ਪਵੇ ਉਸ ਸੂਰਤ ਦੇ ਵਿੱਚ ਅਵਾਂਜ਼ਾਮੈਂਟੋ della rolla ਹੋ ਸਕਦੀ ਹੈ, ਲੇਕਿਨ ਆਫੀਚੀਨੋ ਆਤੋਰਿਜ਼ਾਤੋ ਤੋਂ ਕਰਨਾ ਹੈ ਪਹਿਲੀ ਚੀਜ਼, ਤੁਸੀਂ ਆਪੇ ਨਹੀਂ ਕਰ ਸਕਦੇ। ਆਫੀਚੀਨੋ ਆਤੋਰਿਜ਼ਾਤੋ ਦੀ ਕਰੋਗੇ ਔਰ ufficio motorizzazione civile ਤੋਂ ਲਿਬਰੇਟੋ ਜਿਹੜੀ ਕਾਪੀ ਹੈਗੀ ਹੈ ਜਿਹੜੀ ਕਾਰਤਾ ਦੀ ਜਿਰਕੂਲੇਸ਼ਨ ਹੈਗਾ ਤਰਾਤੋਰੇ ਦਾ ਇਹਨੂੰ ਅਜੋਰਨਾਮੈਂਟੋ ਕਰਾਉਣਾ, ਉਹਦੇ ਤੇ ਅਪਡੇਟ ਕਰਾਉਣੀ ਹੈ ਕਿ ਅਸੀਂ ਅਵਾਂਜ਼ਾਮੈਂਟੋ della rolla ਕੀਤਾ ਹੈਗਾ ਵੇ, ਠੀਕ ਹੈ ਜੀ। ਤੇ ਅਵਾਂਜ਼ਾਮੈਂਟੋ della rolla distante tra centro della rolla e il centro della asse motrice, ਸੈਂਟਰ ਪੁਆਇੰਟ ਜਿਹੜਾ ਰਾਲੇ ਦਾ ਔਰ ਸੈਂਟਰ ਪੁਆਇੰਟ ਜਿਹੜਾ ਮੋਟਰ ਦਾ ਹੈਗਾ ਉਹਦੇ ਧੂਰੇ ਦਾ ਔਰ della trattore stradale si trova scritta e ਲਿਖਿਆ ਹੁੰਦਾ ਹੈ ਅਵਾਂਜ਼ਾਮੈਂਟੋ della rolla ਕਿੱਥੇ ਲਿਖਿਆ ਹੁੰਦਾ ਹੈ? ਇਹ si trova e ਮਿਲੇਗਾ scritta sul carta di circolazione ਗੱਡੀ ਦੇ ਡਾਕੂਮੈਂਟਾਂ ਤੇ ਅਵਾਂਜ਼ਾਮੈਂਟੋ della rolla ਕਿੱਥੇ ਲਿਖਿਆ ਹੋਵੇਗਾ? sul carta di circolazione, carta di circolazione ਦੇ ਉੱਤੇ। ਤੁਸੀਂ ਇੰਨਾ ਹੀ ਜਵਾਬ ਦੇਣਾ, ਠੀਕ ਹੈ ਜੀ। ਤੇ ਲਓ ਜੀ ਅੱਗੇ ਗੱਲ ਕਰੀਏ ਅਸੀਂ ਫਾਚੇ ਦੀ ਇਨਗੋਮਬਰੋ ਜਿਹੜਾ ਹੈ ਇਹ ਬੇਸਿਕਲੀ ਇੰਟਰਨੋ ਕਿੰਨਾ ਹੁੰਦਾ ਜੀ? ਇੰਟਰਨੋ ਜੇ ਤੁਹਾਨੂੰ ਪੁੱਛੇ ਫਾਚੇ ਦੀ ਇਨਗੋਮਬਰੋ ਕਿੰਨਾ ਹੋਵੇਗਾ, ਜਿਹਨੇ ਕਿ ਫੈਲਾਓ ਕਿੰਨਾ ਹੋਵੇਗਾ ਜਦ ਗੱਡੀ ਇੱਕ ਮੰਨ ਲਓ ਰਤੋਂਦੇ ਤੋਂ ਘੁੰਮ ਰਹੀ ਹੈ ਜਾਂ ਮੋੜ ਤੋਂ ਮੋੜ ਰਹੀ ਹੈ। corona circolare con raggio interno 5,30 metri, il raggio esterno ਔਰ ਜਿਹੜੇ ਇੰਟਰਨੋ ਕਿਹੜਾ ਵੇ ਜੀ? corona circolare ਜਿਹੜਾ ਹੈ con raggio interno 5,30 ਔਰ raggio esterno 7,20 ਨਹੀਂ ਹੈ, ਉਹਦੇ ਨਾਲ ਭੁਲੇਖਾ ਨਹੀਂ ਖਾਣਾ। raggio esterno ਹੁੰਦਾ ਹੈ ਯਾਨੀ ਕਿ ਕੰਪਲੀਟ ਨੂੰ ਗਿਣਿਆ ਜਾਏਗਾ 12,50 ਯਾਨੀ ਕਿ ਲਰਗੇ ਦਾ ਜਿਹੜਾ ਹੁੰਦਾ ਹੈ ਉਹ ਹੁੰਦਾ 7,20। ਇਸ ਕਰਕੇ ਇਹਨੂੰ ਇੰਟਰਨੋ 5,30 ਕਹਿਣਾ ਔਰ esterno 12,30। in qui vicoli deve potersi iscrivere, deve riuscire a girare। ਇੱਥੇ ਜਿਹੜੀ ਗੱਡੀ ਹੈ raggio esterno ਜਿਹੜਾ 12.50 ਦੇ ਵਿੱਚ ਗੱਡੀ ਜਿਹੜੀ ਹੈ ਆਰਾਮ ਨਾਲ ਘੁੰਮ ਸਕਦੀ ਹੈ। altrimenti si tratta di una vicoli eccezionale, ਜੇ ਇੱਥੇ ਵੀ ਨਹੀਂ ਗੱਡੀ ਘੁੰਮ ਸਕਦੀ ਐਨੇ ਰੇਜੀਓ ਵਿੱਚ ਜਿੱਥੇ ਲਾਰਗੇਜ਼ਾ ਹੋਵੇਗਾ faccio ingombro da 7,20, interna 5,30, esterna 12,50। ਜਿੱਥੇ ਗੱਡੀ ਨਾ ਘੁੰਮ ਸਕੇਗੀ ਤਾਂ ਫਿਰ ਗੱਡੀ ਕਿਹੜੀ ਹੋਵੇਗੀ? ਵਿਕੋਲੀ ਐਕਸੈਪਸ਼ਨਲ ਦੀ ਕੈਟੇਗਰੀ 'ਚ ਆ ਜਾਏਗੀ, ਯਾਨੀ ਕਿ ਲਿਮਟ ਤੋਂ ਓਵਰ ਹੋਵੇਗੀ ਲੰਬਾਈ ਵਗੈਰਾ ਚੌੜਾਈ ਵਗੈਰਾ, ਠੀਕ ਹੈ।